ਸਤਿ ਸ਼੍ਰੀ ਅਕਾਲ ਸਟੂਡੈਂਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲਿਓ ਜੇ। ਅੱਜ ਆਪਾਂ ਪੰਜਾਬੀ ਦਾ ਭਾਗ ਨੰਬਰ 3 ਕਰਨ ਜਾ ਰਹੇ ਹਾਂ। ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਹੈ, ਅੱਜ ਤੋਂ ਪਹਿਲਾਂ ਮੈਂ 2 ਵੀਡੀਓ ਹੋਰ ਬਣਾ ਚੁੱਕੀ ਹਾਂ। ਇੱਕ ਨਾਂਵ ਤੇ ਬਣਾਈ ਹੈ, ਦੂਜੀ ਕਿਹਦੇ ਤੇ ਬਣਾਈ ਹੈ, ਪੜਨਾਂਵ ਤੇ ਬਣਾਈ ਹੈ। ਅੱਜ ਆਪਾਂ ਪੰਜਾਬੀ ਵਿਆਕਰਨ ਦਾ ਭਾਗ ਨੰਬਰ 3 ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈ ਵਿਸ਼ੇਸ਼ਣ। ਠੀਕ ਹੈ, ਵਿਸ਼ੇਸ਼ਣ ਥੋੜਾ ਲੰਮਾ ਟੌਪਿਕ ਹੈ, ਇਹਨੂੰ ਆਪਾਂ 2 ਭਾਗਾਂ ਵਿੱਚ ਪੂਰਾ ਕਰਾਂਗੇ। ਠੀਕ ਹੈ, ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਵੀ ਵਿਸ਼ੇਸ਼ਣ ਕੀ ਹੁੰਦੇ ਆ ਵਿਸ਼ੇਸ਼ਣ ਕੀ ਹੁੰਦੇ ਆ। ਉਹ ਕਹਿੰਦਾ ਹੈ ਉਹ ਸ਼ਬਦ ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਔਗਣ ਦੀ ਵਿਸ਼ੇਸ਼ਤਾ ਜਾਂ ਗਿਣਤੀ ਮਿਣਤੀ ਦੱਸਣ, ਉਹਨਾਂ ਨੂੰ ਕੀ ਕਹਿੰਦੇ ਆ, ਵਿਸ਼ੇਸ਼ਤਾ ਆਖਦੇ ਆ। ਜਿਵੇਂ ਨਾਂਵ ਜਾਂ ਪੜਨਾਂਵ, ਜਿਵੇਂ ਨਾਮ ਹੋ ਗਿਆ ਨਰਿੰਦਰ ਬਹੁਤ ਸੋਹਣੀ ਹੈ। ਦੇਖੋ ਆ ਨਾਮ ਹੈ ਨਰਿੰਦਰ, ਇਹਦੀ ਵਿਸ਼ੇਸ਼ਤਾ ਕੀ ਹੋ ਗਈ, ਸੋਹਣੀ। ਸਮਝ ਆ ਗਈ, ਸੋਹਣੀ ਸ਼ਬਦ ਕੀ ਹੈ, ਵਿਸ਼ੇਸ਼ਤਾ ਹੈ ਉਹਦੀ। ਸਮਝ ਆ ਗਈ ਤੁਹਾਨੂੰ ਸਾਰਿਆਂ ਨੂੰ। ਠੀਕ ਹੈ, ਸੋਹਣਾ ਸ਼ਬਦ ਕੀ ਹੈ, ਵਿਸ਼ੇਸ਼ਤਾ ਹੈ। ਸਮਝ ਆਈ। ਜੋ ਉਹ ਸ਼ਬਦ ਜੋ ਨਾਮ ਜਾਂ ਪੜਨਾਂਵ ਦੀ ਗੁਣ ਔਗਣ ਕੀ ਦੱਸਣ, ਗੁਣ ਔਗਣ ਦੀ ਵਿਸ਼ੇਸ਼ਤਾ ਜਾਂ ਗਿਣਤੀ ਜਾਂ ਮਿਣਤੀ ਦੱਸਣ। ਜਿਵੇਂ ਕਾਲਾ, ਗੋਰਾ, ਚੰਗਾ, ਬੁਰਾ, 1 2 3 4 5 ਵੀ ਮੈਂ ਕਹਿੰਦੀ ਹਾਂ ਮੇਰੇ ਕੋਲ 5 ਟੋਫੀਆਂ ਹੈ। 5 ਟੋਫੀਆਂ ਦੀ ਵਿਸ਼ੇਸ਼ਤਾ ਕੀ ਹੈ, 5 ਹੈ। ਵੀ ਮੇਰੇ ਕੋਲ ਕਿੰਨੀਆਂ ਟੋਫੀਆਂ, 5 ਹੈ। ਹੁਣ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਆ, ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ, 5 ਪ੍ਰਕਾਰ ਦੇ ਹੁੰਦੇ ਆ। ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਆ, 5 ਪ੍ਰਕਾਰ ਦੇ ਹੁੰਦੇ ਆ। ਆਪਾਂ ਪਹਿਲਾਂ ਨਾਂਵ ਕਿੰਨੀ ਪ੍ਰਕਾਰ ਦੇ ਪੜ੍ਹੇ ਸੀ, 5 ਪ੍ਰਕਾਰ ਦੇ। ਉਸ ਤੋਂ ਬਾਅਦ ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਆ, 6 ਪ੍ਰਕਾਰ ਦੇ। ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਆ, 6 ਪ੍ਰਕਾਰ ਦੇ। ਅੱਜ ਆਪਾਂ ਕੀ ਕਰ ਰਹੇ ਹਾਂ, ਵਿਸ਼ੇਸ਼ਣ ਕਰ ਰਹੇ ਹਾਂ। ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਆ, 5 ਪ੍ਰਕਾਰ ਦੇ ਹੁੰਦੇ ਆ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਕਰਨ ਜਾ ਰਹੇ ਹਾਂ ਗੁਣਵਾਚਕ ਵਿਸ਼ੇਸ਼ਣ। ਕੀ ਕਰਨ ਜਾ ਰਹੇ ਹਾਂ, ਗੁਣਵਾਚਕ ਵਿਸ਼ੇਸ਼ਣ। ਜੋ ਸ਼ਬਦ ਗੁਣ ਔਗਣ ਨੂੰ ਪ੍ਰਗਟ ਕਰਨ, ਦੇਖੋ ਕਿਸੇ ਵੀ ਚੀਜ਼ ਦੇ, ਜਿਹੜੇ ਸ਼ਬਦ ਕਿਸੇ ਵੀ ਚੀਜ਼ ਦੇ ਗੁਣ ਔਗਣ ਦੱਸਣ, ਕੀ ਦੱਸਣ, ਗੁਣ ਔਗਣ ਦੱਸਣ, ਉਹ ਕੀ ਕਹਾਉਂਦੇ ਆ, ਗੁਣਵਾਚਕ ਵਿਸ਼ੇਸ਼ਣ ਕਹਾਉਂਦੇ ਆ। ਜਿਵੇਂ ਦੇਖੋ ਆਪਾਂ ਕਹਿੰਦੇ ਆ ਸੋਹਣਾ, ਗਲਤ ਲਿਖਿਆ ਹੋਇਆ, ਇੱਥੇ ਆਉਣਾ ਸੀ ਸੋਹਣਾ, ਸੋਹਣਾ, ਮੋਟਾ, ਸੁਆਦਲਾ, ਭੈੜਾ ਆਦਿ। ਦੇਖੋ ਕਹਿੰਦੇ ਆ ਨਾ, ਆਪਾਂ ਕਹਿੰਦੇ ਆ ਰਾਮ ਬਹੁਤ ਸੋਹਣਾ ਹੈ। ਉਸ ਤੋਂ ਬਾਅਦ ਆਉਂਦਾ ਹੈ ਰਾਮ ਬਹੁਤ ਸੋਹਣਾ ਹੈ, ਇੱਥੇ ਲਿਖਦੀ ਹਾਂ ਮੈਂ, ਰਾਮ ਬਹੁਤ ਸੋਹਣਾ ਹੈ। ਸਬਜ਼ੀ ਬਹੁਤ ਸਵਾਦ ਹੈ। ਦੇਖੋ ਰਾਮ ਨਾਮ ਹੈ, ਉਹਦੀ ਵਿਸ਼ੇਸ਼ਤਾ ਕੀ ਹੈ, ਸੋਹਣਾ, ਵੀ ਬਹੁਤ ਸੋਹਣਾ ਹੈ। ਸਬਜ਼ੀ ਕੀ ਹੈ, ਸਵਾਦ ਹੈ। ਸਮਝ ਆਈ, ਇਹ ਕੀ ਹੈ, ਸਬਜ਼ੀ ਦੀ ਵਿਸ਼ੇਸ਼ਤਾ ਹੈ ਵੀ ਉਹ ਕੀ ਹੈ, ਸਵਾਦ ਹੈ। ਸਮਝ ਆਈ। ਰਾਮ ਦੀ ਵਿਸ਼ੇਸ਼ਤਾ ਕੀ ਹੈ, ਉਹ ਸੋਹਣਾ ਹੈ। ਇਹ ਕੀ ਹੋ ਗਏ, ਉਹਨਾਂ ਦੇ ਗੁਣ ਹੋ ਗਏ। ਸਮਝ ਆਈ, ਇਹ ਕੀ ਹੋ ਗਏ, ਉਹਨਾਂ ਦੇ ਗੁਣ ਹੋ ਗਏ, ਗੁਣਵਾਚਕ ਵਿਸ਼ੇਸ਼ਣ ਹੈ। ਗੁਣਵਾਚਕ ਵਿਸ਼ੇਸ਼ਣ 3 ਪ੍ਰਕਾਰ ਦੇ ਹੁੰਦੇ ਆ। ਕਿੰਨੇ ਪ੍ਰਕਾਰ ਦੇ ਹੁੰਦੇ ਆ, 3 ਪ੍ਰਕਾਰ ਦੇ ਹੁੰਦੇ ਆ। ਇੱਕ ਸਧਾਰਨ, ਉਸ ਤੋਂ ਬਾਅਦ ਕੀ ਹੈ, ਅਧਿਕਤਮ ਤੇ ਅਧਿਕਤਰ। ਸਧਾਰਨ ਕੀ ਹੁੰਦਾ ਹੈ, ਦੇਖੋ ਜਦੋਂ ਕਿਸੇ ਨਾਮ ਜਾਂ ਪੜਨਾਂਵ ਦੇ ਵਿਸ਼ੇਸ਼ਣ ਦੀ ਕਿਸੇ ਹੋਰ ਨਾਮ ਜਾਂ ਪੜਨਾਂਵ ਨਾਲ ਤੁਲਨਾ ਨਾ ਹੋਵੇ। ਸਧਾਰਨ ਕੀ ਹੁੰਦੇ, ਵੀ ਕਿਸੇ ਹੋਰ ਦੀ ਚੀਜ਼ ਨਾਲ ਤੁਲਨਾ ਹੀ ਨਹੀਂ ਹੋਣੀ। ਮੇਰੀ ਚੀਜ਼ ਹੈ, ਸਿਰਫ ਮੇਰੀ ਹੈ, ਉਹਦੀ ਆਪਾਂ ਕਿਸੇ ਨਾਲ ਤੁਲਨਾ ਹੀ ਨਹੀਂ ਕਰਨੀ, ਯੂਨੀਕ ਹੈ ਉਹ। ਇਹ ਚਾਕੂ ਤੇਜ਼ ਹੈ, ਬਸ ਜਿਹੜਾ ਇਹ ਚਾਕੂ ਹੈ ਨਾ, ਇਹ ਤੇਜ਼ ਹੈ। ਜਿਵੇਂ ਆਪਾਂ ਰਸੋਈ 'ਚ ਜਿਵੇਂ ਹੁੰਦਾ ਆਪਣੇ ਕੋਲੇ, ਵੀ ਆਪਾਂ ਕਹਿ ਦਿੰਦੇ ਮੰਮੀ ਕਿਹੜਾ ਚਾਕੂ ਚੱਲਦਾ ਹੈ, ਮੰਮੀ ਕਹਿ ਦਿੰਦੇ ਆ ਕਾਲੀ ਡੰਡੀ ਵਾਲਾ ਚੱਲਦਾ ਹੈ। ਮਤਲਬ ਕਿ ਉਹ ਕਾਲੀ ਡੰਡੀ ਵਾਲੇ ਚਾਕੂ ਦੀ ਵਿਸ਼ੇਸ਼ਤਾ ਹੈ ਵੀ ਉਹੀ ਤੇਜ਼ ਹੈ। ਸਮਝ ਆ ਗਈ। ਆਪਣੇ ਕੋਲੇ ਕਾਲੀ ਡੰਡੀ ਨਾਲ ਜਦੋਂ ਕਹਿਤਾ ਨਾ, ਉਹਦੀ ਵਿਸ਼ੇਸ਼ਤਾ ਹੋ ਗਈ ਵੀ ਕਾਲੀ ਡੰਡੀ ਵਾਲਾ ਚਾਕੂ ਕੀ ਹੈ, ਤੇਜ਼ ਹੈ। ਉਸ ਤੋਂ ਬਾਅਦ ਸਿਰਫ ਕਾਲੀ ਡੰਡੀ ਵਾਲਾ ਹੀ ਹੈ। ਸਧਾਰਨ ਹੋ ਗਿਆ। ਅਧਿਕਤਮ ਕੀ ਹੁੰਦਾ ਹੈ, ਇਸ ਵਿੱਚ ਤੁਲਨਾ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦੀ ਹੈ, ਕਿਸੇ ਵੀ ਹੋਰ ਚੀਜ਼ ਨਾਲ ਤੁਲਨਾ ਹੀ ਨਹੀਂ ਹੁੰਦੀ, ਹੋਰ ਕਿਸੇ ਚੀਜ਼ ਨਾਲ ਤੁਲਨਾ ਹੀ ਨਹੀਂ ਹੁੰਦੀ।
बस सीधा ही होवे भी ਇੱਕੋ ਹੀ ਇੱਕ ਚੀਜ਼ ਹੈ ਆਪਣੇ ਕੋਲੇ, ਉਹੀ ਤਿੱਖੀ ਹੈ, ਹੋਰ ਤੋਂ ਬਾਅਦ ਕੋਈ ਉਹਦੇ ਨਾਲ ਤੇਜ਼ ਹੈ ਹੀ ਨਹੀਂ। ਉਸ ਤੋਂ ਬਾਅਦ ਅਧਿਕਤਮ 'ਚ ਕੀ ਹੁੰਦਾ ਹੈ, ਇਸ ਵਿੱਚ ਤੁਲਨਾ ਹੁੰਦੀ ਹੋਵੇ, ਕੀ ਹੁੰਦੀ ਹੋਵੇ, ਤੁਲਨਾ ਹੁੰਦੀ ਹੋਵੇ। ਮੇਰਾ ਚਾਕੂ ਸਭ ਚਾਕੂਆਂ ਨਾਲੋਂ ਤੇਜ਼ ਹੈ। ਦੇਖੋ ਆਪਣੇ ਕੋਲੇ 10 ਜਾਣੇ ਸੀ, 10 ਕੋਲੇ ਹਰੇਕ ਕੋਲੇ ਇੱਕ ਇੱਕ ਚਾਕੂ ਸੀ ਸੋਰੀ 10 ਜਾਣਿਆਂ ਕੋਲੇ ਇੱਕ ਇੱਕ ਚਾਕੂ ਸੀ। ਉਹਦੇ ਵਿੱਚੋਂ ਕੀ ਹੈ, ਮੇਰਾ ਚਾਕੂ ਕੀ ਹੈ, ਸਭ ਨਾਲੋਂ ਤੇਜ਼ ਹੈ। ਬਾਕੀ ਸਾਰਿਆਂ ਨਾਲੋਂ ਕਿਹਦਾ ਚਾਕੂ ਤੇਜ਼ ਹੈ, ਮੇਰਾ ਚਾਕੂ ਤੇਜ਼ ਹੈ। ਠੀਕ ਹੈ, ਅਧਿਕਤਮ ਦੇ ਵਿੱਚ ਕੀ ਹੁੰਦਾ ਹੈ, ਤੁਲਨਾ ਹੁੰਦੀ ਹੈ। ਸਧਾਰਨ ਦੇ ਵਿੱਚ ਕਿਸੇ ਨਾਲ ਕੋਈ ਤੁਲਨਾ ਨਹੀਂ ਹੁੰਦੀ, ਇੱਕ ਚੀਜ਼ ਹੈ ਉਹ ਆਪਦੀ ਆਪ ਦੇ ਵਿੱਚ ਹੀ ਤੇਜ਼ ਹੈ। ਅਧਿਕਤਰ ਦੇ ਵਿੱਚ ਕੀ ਹੁੰਦਾ ਹੈ, ਗੁਣ ਜਾਂ ਔਗੁਣ ਵਿੱਚ ਦੋ ਵਿਸ਼ੇਸ਼ ਦੀ ਇੱਕ ਦੂਜੇ ਨਾਲ ਤੁਲਨਾ। ਦੋ ਚੀਜ਼ਾਂ ਆਪਣੇ ਕੋਲੇ, ਦੋ ਚੀਜ਼ਾਂ ਉਹਨਾਂ 'ਚ ਆਪਸ ਦੇ ਵਿੱਚ ਤੁਲਨਾ ਹੁੰਦੀ ਹੈ, ਜਿਵੇਂ ਮੈਂ ਤੇਰੇ ਤੋਂ ਸੋਹਣਾ ਹਾਂ। ਦੋ ਜਾਣੇ ਆ, ਦੋ ਜਾਣਿਆਂ ਦੇ ਵਿੱਚ ਕੀ ਹੈ, ਆਪਸ 'ਚ ਤੁਲਨਾ ਹੋਈ ਹੈ। ਠੀਕ ਹੈ, ਉਸ ਤੋਂ ਜਿਵੇਂ ਮੈਂ ਉਸ ਤੋਂ ਸੋਹਣੀ ਹਾਂ, ਜਾਂ ਆ ਜੇ ਮੇਰਾ ਚਾਕੂ, ਜਾਂ ਕੀ ਆਵੇ, ਮੇਰਾ ਚਾਕੂ, ਮੇਰਾ ਚਾਕੂ ਤੇਰੇ ਚਾਕੂ ਨਾਲੋਂ ਤੇਜ਼ ਹੈ। ਬਸ ਦੋਵਾਂ ਦੇ ਵਿੱਚ ਤੁਲਨਾ ਹੋ ਗਈ, ਉਹ ਹੁੰਦਾ ਅਧਿਕਤਰ। ਅਧਿਕਤਮ ਕੀ ਹੁੰਦਾ, ਜਿਹਦੇ ਵਿੱਚ ਤੁਲਨਾ ਹੋਵੇ ਸੋਰੀ। ਸਧਾਰਨ ਦੇ ਵਿੱਚ ਕੀ ਹੁੰਦਾ, ਤੁਲਨਾ ਨਾ ਹੋਵੇ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ। ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ, ਗਿਣਤੀ ਜਾਂ ਦਰਜਾ ਪ੍ਰਗਟ ਕਰਨ। ਕੀ ਹੈ, ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ, ਕਿਸੇ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ। ਜਿਵੇਂ 1 2 3 1 2 3 4 5, ਇਹ ਕਿਸੇ ਦਾ ਗਿਣਤੀ ਹੋ ਗਈ ਵੀ ਮੇਰੇ ਕੋਲ 5 ਚੀਜ਼ਾਂ ਹੈ, ਮੇਰੇ ਕੋਲ 10 ਚੀਜ਼ਾਂ ਹੈ। ਇਹ ਕੀ ਹੈ, ਕਿਸੇ ਵੀ ਚੀਜ਼ ਦੀ ਗਿਣਤੀ ਹੋ ਗਈ। ਸੰਖਿਆ ਦੀ ਵਿਸ਼ੇਸ਼ਤਾ ਦੱਸਣ ਵੀ ਕਿੰਨਵੇਂ, ਆਪਾਂ ਕਹਿੰਦੇ ਨਾ ਤੂੰ ਕਿੰਨਵੇਂ ਨੰਬਰ 'ਤੇ ਆਇਆ ਕਲਾਸ 'ਚ, ਕਲਾਸ 'ਚ ਕਹਿਣਾ ਦੂਜੇ ਨੰਬਰ 'ਤੇ ਆਇਆ ਮੈਂ, ਪਹਿਲੇ ਨੰਬਰ 'ਤੇ ਆਇਆ ਮੈਂ। ਉਹ ਕੀ ਹੈ, ਉਹ ਵਿਸ਼ੇਸ਼ਤਾ ਹੋ ਗਈ। ਆਪਾਂ ਕਹਿੰਦੇ ਨਵੀਨ ਜਮਾਤ 'ਚੋਂ, ਦੁਬਾਰਾ ਲਿਖਦੀ ਹਾਂ ਮੈਂ, ਨਵੀਨ ਜਮਾਤ 'ਚੋਂ ਪਹਿਲੇ ਨੰਬਰ 'ਤੇ ਆਇਆ ਹੈ। ਨਵੀਨ ਕਲਾਸ 'ਚੋਂ ਕਿੰਨਵੇਂ ਨੰਬਰ 'ਤੇ ਆਇਆ, ਪਹਿਲੇ ਨੰਬਰ 'ਤੇ ਆਇਆ। ਠੀਕ ਹੈ, ਨਵੀਨ ਦੀ ਵਿਸ਼ੇਸ਼ਤਾ ਕਿਉਂਕਿ ਹੋਗੀ ਪਹਿਲਾ ਨੰਬਰ ਹੋ ਗਿਆ, ਵੀ ਪਹਿਲੇ ਨੰਬਰ 'ਤੇ ਆਇਆ। ਠੀਕ ਹੈ, ਇਹ ਸੰਖਿਆਵਾਚਕ ਵਿਸ਼ੇਸ਼ਣ ਹੋ ਗਏ। ਉਸ ਤੋਂ ਬਾਅਦ ਸੰਖਿਆਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਆ, 6 ਪ੍ਰਕਾਰ ਦੇ ਹੁੰਦੇ ਆ। ਕਿੰਨੇ ਪ੍ਰਕਾਰ ਦੇ ਹੁੰਦੇ ਆ, 6 ਪ੍ਰਕਾਰ ਦੇ ਹੁੰਦੇ ਆ। ਜਿਵੇਂ ਆਪਾਂ ਗੁਣਵਾਚਕ ਕੀਤੇ ਸੀ, ਕਿੰਨੇ ਪ੍ਰਕਾਰ ਦੇ ਹੁੰਦੇ ਆ, 3 ਵਾਚਕ, 3 ਤਰ੍ਹਾਂ ਦੇ ਹੁੰਦੇ ਆ। ਅਤੇ ਸੰਖਿਆਵਾਚਕ ਕਿੰਨੇ ਪ੍ਰਕਾਰ ਦੇ ਹੁੰਦੇ ਆ, 6 ਪ੍ਰਕਾਰ ਦੇ ਹੁੰਦੇ ਆ। ਨੰਬਰ 1 ਜਿਵੇਂ ਸਧਾਰਨ, ਜਿਹੜੇ ਪੂਰੀ ਗਿਣਤੀ ਦੱਸਣ। ਜਿਵੇਂ 1 ਤੋਂ ਲੈ ਕੇ ਪੂਰੀ ਦੀ ਪੂਰੀ ਗਿਣਤੀ, 1 ਤੋਂ ਲੈ ਕੇ 10 ਤੱਕ ਪੂਰੀ ਦੀ ਪੂਰੀ ਗਿਣਤੀ, 1 ਤੋਂ ਲੈ ਕੇ 100 ਤੱਕ ਸਾਰੀ ਸਧਾਰਨ ਗਿਣਤੀ ਜਿਹੜੀ ਆਉਂਦੀ ਹੈ ਉਹ ਸਧਾਰਨ ਵਾਕ 'ਚ ਆਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਹੈ ਕਰਮੀਵਾਚਕ। ਕਰਮੀ ਹੁੰਦਾ ਆਪਣੇ ਕਰਮ, ਜਿਵੇਂ ਆਪਾਂ ਕਰਮ ਕੀਤਾ ਉਸ ਦੇ ਹਿਸਾਬ ਨਾਲ ਦਰਜਾ ਮਿਲਣਾ। ਆਪਾਂ ਕਲਾਸ ਦੇ ਵਿੱਚ ਦੇਖੋ, ਜਮਾਤ ਦੇ ਵਿੱਚ ਆਪਾਂ ਕੀ ਕਰਦੇ ਹਾਂ, ਪੜ੍ਹਦੇ ਹਾਂ। ਜਿੰਨਾ ਆਪਾਂ ਜ਼ੋਰ ਲਾਉਂਦੇ ਹਾਂ ਪੜ੍ਹਾਈ ਦੇ ਵਿੱਚ, ਓਨਾ ਆਪਣਾ ਰੈਂਕ ਆ ਜਾਂਦਾ ਹੈ। ਉਹਨੂੰ ਕੀ ਕਹਿੰਦੇ ਆ, ਕਰਮੀਵਾਚਕ ਆਖਦੇ ਆ। ਕੀ ਆਖਦੇ ਆ, ਕਰਮੀਵਾਚਕ ਆਖਦੇ ਆ। ਜਿਵੇਂ ਪਹਿਲਾ ਸਥਾਨ, ਦੂਜਾ ਸਥਾਨ, ਤੀਜਾ ਸਥਾਨ ਆਉਂਦੇ ਆ, ਉਹਨੂੰ ਕਹਿੰਦੇ ਆ ਕਰਮੀਵਾਚਕ। ਉਸ ਤੋਂ ਬਾਅਦ ਆਉਂਦਾ ਸਮੁੱਚਤਾ ਬੋਧੀ, ਨਾਮ ਜਾਂ ਪੜਨਾਮ ਦੀ ਸਾਰੀ ਗਿਣਤੀ ਪ੍ਰਗਟ ਕਰਨ। ਠੀਕ ਹੈ, ਸਾਰੀ ਦੀ ਸਾਰੀ, ਉਹ ਸਮੁੱਚਤਾ ਬੋਧੀ। ਆਪਾਂ ਕਹਿੰਦੇ ਨਾ, ਆਪਣੇ ਕੋਲ ਕਲਾਸ 'ਚ 2 ਜਾਣੇ ਬੈਠੇ ਸੀ, ਆਪਾਂ ਕਹੀਏ ਦੋਵੇਂ ਤੁਸੀਂ ਇੱਧਰ ਆਓ, ਦੋਵੇਂ ਇੱਧਰ ਆਵੇ, ਉਹ ਸਮੁੱਚਤਾ ਬੋਧੀ ਹੋ ਗਈ। ਠੀਕ ਹੈ, ਦੇਖੋ ਜਿਵੇਂ ਦੋਵੇਂ 4 20 ਦੇ 20। ਹੁਣ ਇਸ ਤੋਂ ਬਾਅਦ ਮੈਂ ਇੱਕ ਇਹਦੇ 'ਚ ਲਾਈਨ ਵੀ ਲਿਖੀ ਹੈ, ਮੈਂ ਨਰੇਸ਼ ਦੇ ਪਰਿਵਾਰ ਦੇ 20 ਦੇ 20 ਮੈਂਬਰ ਦੇਖੇ। ਵੀ 20 ਉਹਦੇ ਪਰਿਵਾਰ 'ਚ 20 ਮੈਂਬਰ ਸੀ, 20 ਦੇ 20 ਅੱਜ ਮੈਂ ਵੇਖ ਲਏ। ਉਹ ਕੀ ਹੋ ਗਿਆ, ਸਮੁੱਚਤਾ ਬੋਧੀ ਹੋ ਗਿਆ, ਪੂਰੀ ਦੀ ਪੂਰੀ ਚੀਜ਼ ਦੇਖ ਲਈ। ਉਸ ਤੋਂ ਬਾਅਦ ਆਉਂਦਾ ਕਸਰੀਵਾਚਕ, ਆਪਣੇ ਵਿਸ਼ੇਸ਼ ਦੇ ਹਿੱਸੇ ਦੀ
ਆਪਣੇ ਵਿਸ਼ੇਸ਼ ਦੇ ਹਿੱਸੇ ਦੀ ਗਿਣਤੀ ਦੱਸਣ ਉਹ ਕਸਰੀ ਸੰਖਿਆਵਾਚਕ ਅਖਵਾਉਂਦੇ ਹਨ। ਅੱਧਾ ਪੌਣਾ ਕਸਰ ਰਹਿ ਜਾਣੀ, ਆਪਾਂ ਕਹਿੰਦੇ ਨਾ ਤੇਰੇ ਵਿੱਚ ਅੱਜ ਮੈਨੂੰ ਦਾਲ ਦੇ ਵਿੱਚ ਥੋੜ੍ਹੀ ਜਿਹੀ ਕਸਰ ਰਹਿੰਦੀ ਹੈ, ਉਹ ਕਸਰੀ ਵਾਚਕ ਹੋ ਗਿਆ, ਮਤਲਬ ਕਿ ਕਮੀ ਹੈ, ਥੋੜ੍ਹੀ ਜਿਹੀ ਉਹਦੇ ਵਿੱਚ ਕਮੀ ਹੈ। ਆਪਾਂ ਕਹਿੰਦੇ ਨਾ ਅੱਧਾ ਪੌਣਾ ਡੇਢ ਢਾਈ, ਇਹ ਸਾਰੇ ਕੀ ਹੈ ਕਸਰੀ ਵਾਚਕ ਹੁੰਦੇ ਆ। ਠੀਕ ਹੈ। ਉਸ ਤੋਂ ਬਾਅਦ ਨਖੇੜੀ ਵਾਚਕ, ਕਸਰੀ ਵਾਚਕ ਜੇ ਪੁੱਛ ਲੈਣ ਕਿਹੜੇ ਹੁੰਦੇ ਆ ਤਾਂ ਅੱਧਾ ਪੌਣਾ ਡੇਢ ਢਾਈ ਹੁੰਦਾ। ਨਖੇੜੀ ਵਾਚਕ ਕੀ ਹੁੰਦਾ? ਨਖੇੜੀ ਵਾਚਕ ਹੁੰਦੇ ਆ ਜਿਹੜੇ ਨਖੇੜ ਕੇ ਆਪਾਂ ਲੈਂਦੇ, ਜੇ ਉਹ ਵਿਸ਼ੇਸ਼ਣ ਬਹੁਤੇ ਨਾਵਾਂ ਜਾਂ ਪੜਨਾਵਾਂ ਵਿੱਚੋਂ ਕੁਝ ਨੂੰ ਨਖੇੜ ਕੇ ਦੱਸਣ। ਬਹੁਤ ਸਾਰੇ ਨਾਮ ਪੜਨਾਮ ਹੈ, ਬਹੁਤ ਸਾਰੇ ਆਪਣੇ ਕੋਲ ਚੀਜ਼ਾਂ ਉਹਨਾਂ ਚੋਂ ਨਖੇੜ ਕੇ ਕਹਿਣ। ਜਿਵੇਂ ਆਪਾਂ ਕਹਿੰਦੇ ਇੱਕ ਇੱਕ ਕਰਕੇ ਕਲਾਸ ਚੋਂ ਬਾਹਰ ਆ ਜਾਓ। ਠੀਕ ਹੈ। ਦੋ ਦੋ ਕਰਕੇ ਆ ਜਾਓ, ਚਾਰੇ ਦੇ ਚਾਰੇ ਵਾਲੇ ਤਾਂ ਉਹਦੇ 'ਚ ਹੈਗੇ ਨਾ ਸਮੁੱਚਤਾ ਬੋਧੀ 'ਚ ਆ ਗਏ, ਵਿੱਚ ਕਰਕੇ ਆ ਜਾਓ। ਇਹਦੀ ਮੈਂ ਉਦਾਹਰਨ ਬਣਾਈ ਹੈ, ਜਿਵੇਂ ਹੁਣ ਕਰੋਨਾ ਸੀਗਾ, ਕਰੋਨੇ ਦੇ ਵਿੱਚ ਆਪਾਂ ਇਕੱਠਾ ਹੀ ਨਹੀਂ ਆਉਣਾ ਸੀ, ਸਾਰੇ ਆਪਾਂ ਨੂੰ ਡਾਕਟਰ ਵਗੈਰਾ ਕੋਲ ਜਾਂਦੇ ਸੀ, ਉਹ ਸਾਰੇ ਕੀ ਕਰਦੇ ਸੀ ਇੱਕ ਇੱਕ ਕਰਕੇ ਭੇਜਦੇ ਸੀ ਆਪਾਂ ਨੂੰ। ਦੇਖੋ ਕਰੋਨਾ ਕਰਕੇ ਇੱਕ ਇੱਕ ਅੰਦਰ ਆਉਣ ਦੀ ਆਗਿਆ ਦਿੱਤੀ ਜਾਵੇ, ਵੀ ਇੱਕ ਇੱਕ ਬੰਦੇ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਸਮਝ ਆਈ ਕਿ ਨਹੀਂ ਆਈ? ਉਸ ਤੋਂ ਬਾਅਦ ਹੈ ਅਨਿਸ਼ਚਿਤਤਾ ਵਾਚਕ, ਜਿਹਦੇ ਵਿੱਚ ਕੁਝ ਅੰਦਾਜ਼ਾ ਹੁੰਦਾ ਕਿਸੇ ਵੀ ਚੀਜ਼ ਦਾ। ਠੀਕ ਹੈ। ਗਿਣਤੀ ਨਹੀਂ ਦੱਸੀ ਜਾਂਦੀ, ਸਿਰਫ ਕੀ ਦੱਸਿਆ ਜਾਂਦਾ? ਅੰਦਾਜ਼ਾ ਦੱਸਿਆ, ਜਿਵੇਂ ਕੁਝ, ਕਈ ਤੇ ਕਿੰਨੇ ਆਦਿ। ਠੀਕ ਹੈ। ਹੁਣ ਆਪਾਂ ਨੂੰ ਦੇਖੋ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ, ਬਹੁਤ ਵਾਰੀ ਪੇਪਰ ਬਣਦਾ ਹੈ ਵੀ ਸੰਖਿਆਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ? 6 ਪ੍ਰਕਾਰ ਦੇ। ਸੰਖਿਆਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ? 6 ਪ੍ਰਕਾਰ ਦੇ ਹੈ। ਕਈ ਵਾਰੀ ਆਪਾਂ ਨੂੰ ਕੁਐਸਚਨ ਪੁੱਛ ਲੈਂਦੇ ਕਸਰੀ ਵਾਚਕ ਕਿਹੜੇ ਹੁੰਦੇ ਆ, ਥੱਲੇ ਲਿਖਿਆ ਹੁੰਦਾ ਉਹਦੇ 'ਚੋਂ ਅੱਧਾ ਪੌਣਾ ਡੇਢ, ਜਿਹਦੇ 'ਚ ਕਸਰ ਹੋਵੇ, ਪੂਰੀ ਨਾ ਹੋਵੇ। ਕਰਮੀ ਵਾਚਕ ਕਿਹੜੇ ਹੁੰਦੇ? ਜਿਹੜੇ ਪਹਿਲਾ ਸਥਾਨ, ਦੂਜਾ ਸਥਾਨ, ਤੀਜਾ ਸਥਾਨ। ਅਨਿਸ਼ਚਿਤਤਾ ਵਾਚਕ ਕਿਹੜੇ ਹੁੰਦੇ ਆ? ਕੁਝ, ਕਈ, ਕਿੰਨੇ ਆਦਿ। ਹੁਣ ਤੁਹਾਨੂੰ ਜੇ ਪੁੱਛ ਲੈਣ ਇਕੱਲੇ ਵਿਸ਼ੇਸ਼ਣ ਪੁੱਛ ਲੈਣ, ਹੇਠ ਲਿਖੇ ਸ਼ਬਦਾਂ ਦੇ ਵਿੱਚੋਂ ਵਿਸ਼ੇਸ਼ਣ ਚੁਣੋ, ਤੁਹਾਨੂੰ ਵਿੱਚ ਪਹਿਲਾ ਤੀਜਾ ਜਾਂ ਕੁਝ ਹੋਰ ਦੇ ਕੇ ਪਹਿਲਾ ਵਿੱਚ ਦੇਤਾ ਹੋਵੇ, ਮੈਂ, ਤੂੰ, ਤੁਸੀਂ ਦੇ ਕੇ ਨਾਲ ਇੱਕ ਪਹਿਲਾ ਸ਼ਬਦ ਦੇਤਾ, ਵਿੱਚ ਉਹਦੇ 'ਚ ਵਿਸ਼ੇਸ਼ਣ ਕਿਹੜਾ ਹੈ? ਪਹਿਲਾ ਸ਼ਬਦ ਵਿਸ਼ੇਸ਼ਣ ਹੈ। ਠੀਕ ਹੈ। ਸਮਝ ਆ ਗਈ? ਹੁਣ ਆਪਾਂ ਨੂੰ ਪ੍ਰਸ਼ਨ ਬਹੁਤ ਵਾਰੀ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਆ ਉਹ 2-4 ਬਣਦੇ ਆ ਵਿਸ਼ੇਸ਼ਣ 'ਚੋਂ, ਉਹ ਦੇਖੋ ਕਿਹੜੇ ਆ। ਪਹਿਲਾਂ ਤਾਂ ਇਹ ਪੁੱਛਿਆ ਜਾਂਦਾ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਆ? ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਆ। ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਆ? 5 ਪ੍ਰਕਾਰ ਦੇ। ਫਿਰ ਕੀ ਹੈ? ਗੁਣਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ? ਸੋਹਣਾ, ਮਿੱਠਾ, ਸਵਾਦਲਾ। ਠੀਕ ਹੈ। ਇਹ ਗੁਣਵਾਚਕ ਹੁੰਦੇ ਆ। ਉਸ ਤੋਂ ਬਾਅਦ ਸੰਖਿਆਵਾਚਕ ਲਈ ਬਹੁਤ ਵਾਰੀ ਇਹ ਪ੍ਰਸ਼ਨ ਆਇਆ ਵੀ ਸੰਖਿਆਵਾਚਕ ਕਿੰਨੀ ਪ੍ਰਕਾਰ ਦੇ ਹੁੰਦੇ ਆ? 6 ਪ੍ਰਕਾਰ ਦੇ ਹੁੰਦੇ ਆ। ਠੀਕ ਹੈ। ਇਹ ਹਜੇ ਆਪਾਂ ਵਿਸ਼ੇਸ਼ਣ ਦੇ 2 ਹੀ ਪ੍ਰਕਾਰ ਕੀਤੇ ਆ 5 ਦੇ ਵਿੱਚੋਂ। ਠੀਕ ਹੈ। ਅੱਜ ਦੇ ਦਿਨ ਲਈ ਆਪਾਂ 2 ਹੀ ਪ੍ਰਕਾਰ ਕਰਾਂਗੇ, ਕੱਲ ਆਪਾਂ ਕੀ ਕਰਾਂਗੇ? ਰਹਿੰਦੇ ਹੋਏ 3 ਕਰਾਂਗੇ। ਠੀਕ ਹੈ। ਵਿਸ਼ੇਸ਼ਣ ਦੇ ਜਿਹੜਾ ਟੌਪਿਕ ਹੈ ਨਾ ਥੋੜ੍ਹਾ ਲੰਮਾ ਹੋ ਜਾਂਦਾ, ਤੁਸੀਂ ਸਾਰਿਆਂ ਨੇ ਬਸ 5 ਦੀਆਂ 5 ਸਿੰਪਲ ਜਿਹੜੀਆਂ ਹੋਣਗੀਆਂ ਉਹ ਹੀ ਪੜ੍ਹੀਆਂ ਹੋਈਆਂ, ਪਰ ਆਹ ਵਿੱਚੋਂ ਆ ਸਧਾਰਨ ਆਹ ਵਾਲੀ ਚੀਜ਼ ਨਹੀਂ ਪੜ੍ਹੀ ਹੋਈ ਜਿਹੜੀ ਆਹ ਵਾਲੀ ਹੈ। ਇਹ ਇਸੇ ਕਰਕੇ ਮੈਂ ਤੁਹਾਨੂੰ ਵਿਸ਼ੇਸ਼ਣ ਟੌਪਿਕ ਚੁਣਿਆ ਅੱਜ ਕਰਾਉਣ ਲਈ। ਮੈਨੂੰ ਲੱਗਦਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ ਹੋਊਗੀ। ਇਹਨੂੰ ਪੂਰਾ ਆਪਾਂ ਭਾਗ 2 ਦੇ ਵਿੱਚ ਕਰਾਂਗੇ। ਠੀਕ ਹੈ। ਅੱਜ ਲਈ ਇੰਨਾ ਹੀ। ਧੰਨਵਾਦ।